दे नाल ही एक होर अहम खुलासा कि हमले तो 15 मिनट के दरमियान जो डॉक्टर्स ने रिपोर्ट दी है कि सिद्धू मूसेवाला की मौत हो चुकी थी। जो हमला हुंदा है गोलियां वजदियां ने उहदे बाद 15 मिनट के दरमियान ही सिद्धू मूसेवाला ने आखिरी साह लए। जख्मां की तापना चढ़ते हुए ज़्यादा इंटरनल ब्लीडिंग होने के चलते दम तोड़ दिता। ये नाल होर की खुलासे ने 5 डॉक्टरों का पैनल से जिसने पोस्टमार्टम किया उसकी फुल रिपोर्ट जो कॉपी होंगी वो सामने आ गई है। मेरे सहयोगी पमिल मेरे नाल मौजूद ने दसणगे कि कुछ रिपोर्ट के विच सामने आया की चीज़ां जो ने ओह अहम ने इस रिपोर्ट दे विच जो जाननियां बनदियां ने दर्शकों नूं दसणियां बनदियां ने। पमिल की कुछ हाले तक सामने आया, की खुलासे हुए ने रिपोर्ट दे विच? देखो इस रिपोर्ट का जिहड़ा सब तो वध इंतजार सीगा कि सिद्धू मूसेवाले दे किन्नियां गोलियां लगियां, किहड़े-किहड़े शरीर 'ਚ ਉਹਦੇ कित्थे किन्ने ਜ਼ਖਮ ਆਏ, किन्नी देर ਦੇ ਵਿੱਚ ਉਹਦੀ मौत हो गई सी। ਇਹ रिपोर्ट ਦੇ ਵਿੱਚ ਦੱਸਿਆ ਗਿਆ ਉਸਦੇ ਗੋਲੀ ਲੱਗਣ ਤੇ ਉਸਦੀ मौत ਦੇ ਵਿੱਚ 15 ਮਿੰਟ ਦਾ ਫਰਕ ਪਿਆ। क्योंकि जिस समय वीडियो आई सी सिद्धू मूसेवाले दे उस समय कहा गया ਜਿਹੜੇ ਉੱਥੇ ਦੇ ਕੁਝ ਚਸ਼ਮਦੀਦ ਲੋਕ ਸੀਗੇ ਹਰਮਨ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਦੋਂ ਉਹਦੇ ਗੋਲੀਆਂ ਮਾਰ ਕੇ ਚਲੇ ਗਏ ਉਸ ਤੋਂ ਥੋੜੀ ਦੇਰ ਬਾਅਦ ਥੋੜੇ ਸਾਹ ਚੱਲਦੇ ਸੀਗੇ। ਜਦੋਂ ਉਹਨੂੰ ਹਸਪੀਟਲ ਲੈ ਗਏ ਹਸਪੀਟਲ ਉਹਨੂੰ ਬ੍ਰੌਡ ਡੈਡ ਜਿਹੜਾ ਉਹ ਐਲਾਨਿਆ ਗਿਆ ਕਿ ਹਸਪੀਟਲ ਪਹੁੰਚਣ ਤੱਕ ਉਸਦੀ ਮੌਤ ਜਿਹੜੀ ਹੈ ਹੋ ਚੁੱਕੀ ਸੀ। 12 ਤੋਂ 24 ਘੰਟਿਆਂ ਦੇ ਦਰਮਿਆਨ ਜਿਹੜਾ ਉਹਦਾ ਜਿਹੜਾ ਪੋਸਟਮਾਰਟਮ ਹੋਇਆ ਸੀਗਾ। 5 ਡਾਕਟਰਸ ਦਾ ਪੈਨਲ ਬਣਿਆ ਸੀ ਸਿੱਧੂ ਮੂਸੇਵਾਲੇ ਦੇ ਲਈ, ਜਿਸ ਦੇ ਵਿੱਚ ਜਿਹੜੇ 2 ਡਾਕਟਰ ਸੀਗੇ ਰਾਜੀਵ ਜੋਸ਼ੀ ਤੇ ਇੱਕ ਹੋਰ ਡਾਕਟਰ ਸੀਗੇ ਇਸ਼ਾਨ ਬਾਂਸਲ ਸ਼ਾਇਦ, ਇਹ ਜਿਹੜੇ ਫੋਰੈਂਸਿਕ ਐਕਸਪਰਟ ਸੀਗੇ। 5 ਡਾਕਟਰਸ ਦਾ ਜਿਹੜਾ ਪੈਨਲ ਬਣਿਆ ਸੀ। ਤੇ ਇਸ ਤੋਂ ਇਲਾਵਾ ਜਿਹੜੀ ਖਾਸ ਗੱਲ ਇਹ ਹੈਗੀ ਹੈ ਇਹ ਸਾਰੇ ਜ਼ਖਮ ਨੇ, ਇਹ ਅਸੀਂ ਜ਼ੂਮ ਇਨ ਕਰਕੇ ਤੁਸੀਂ ਇੱਥੋਂ ਦਿਖਾ ਦਿਓ ਕਿ ਕਿੱਥੇ ਸਿੱਧੂ ਮੂਸੇਵਾਲੇ ਦੇ ਜਿਹੜੇ ਸਰੀਰ ਤੇ ਜ਼ਖਮ ਹੋਏ ਸੀ। ਇਹ ਜਿਹੜੇ ਨੰਬਰ ਨੇ 1 2 3 4 5 ਇਹ ਸਾਰੇ ਨੰਬਰ ਜਿੱਥੇ ਜਿੱਥੇ ਉਹਦੇ ਗੋਲੀਆਂ ਦੇ ਜ਼ਖਮ ਹੈਗੇ ਸੀ ਸਰੀਰ ਦੇ ਉੱਤੇ, ਤਕਰੀਬਨ 19 ਜਗ੍ਹਾ ਤੇ ਉਹਦੇ ਜ਼ਖਮ ਇਸਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਜਿਹੜੇ ਦਰਜ ਕੀਤੇ ਗਏ ਨੇ। ਜਿਸ ਸਮੇਂ ਸਿੱਧੂ ਮੂਸੇਵਾਲੇ ਦਾ ਪੋਸਟਮਾਰਟਮ ਚੱਲ ਰਿਹਾ ਸੀਗਾ ਉਸ ਸਮੇਂ ਇੱਕ ਹੋਰ ਜਾਣਕਾਰੀ ਜਿਹੜੀ ਸੀ ਸਭ ਤੋਂ ਪਹਿਲੇ ਰਿਵੀਲ ਕੀਤੀ ਸੀ, ਉੱਥੇ ਬ੍ਰੇਕ ਕੀਤੀ ਸੀ ਕਿ ਜਿਸ ਦਿਨ ਕਿਹਾ ਜਾ ਰਿਹਾ ਸੀ ਉਹਦਾ ਸੰਸਕਾਰ ਹੋਣਾ ਪਰ ਉਹਦਾ ਅੰਤਿਮ ਸੰਸਕਾਰ ਨਹੀਂ ਹੋਇਆ। ਪਰ ਖਾਸ ਗੱਲ ਇਹ ਕਿ ਪੋਸਟਮਾਰਟਮ ਦਾ ਜਿਹੜਾ ਸਮਾਂ ਜ਼ਿਆਦਾ ਚੱਲਿਆ ਉਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਇੱਕ ਚੀਜ਼ ਸੀਗੀ ਕਿ ਇੱਕ ਗੋਲੀ ਜਿਹੜੀ ਸੀ ਉਹ ਸਿੱਧੂ ਮੂਸੇਵਾਲੇ ਦੇ ਹਾਰਟ ਦੇ ਨਜ਼ਦੀਕ ਸੀਗੀ ਲੱਗੀ ਹੋਈ, ਉਹਦੇ ਦਿਲ ਦੇ ਨਜ਼ਦੀਕ ਲੱਗੀ ਹੋਈ ਸੀ। ਕਿਉਂਕਿ ਉਹਦਾ ਸਰੀਰ ਭਾਰਾ ਸਰੀਰ ਸੀ, ਹੈਵੀ ਸੀਗਾ। ਉਹ ਗੋਲੀ ਜਿਹੜੀ ਉਹ ਕੱਢਣ ਦੇ ਵਿੱਚ ਸਮੱਸਿਆ ਆ ਰਹੀ ਸੀ ਕਿ ਬਹੁਤ ਡੂੰਘੀ ਜਿਹੜੀ ਉਹਦੇ ਸਰੀਰ ਦੇ ਅੰਦਰ ਜਾ ਚੁੱਕੀ ਸੀਗੀ, ਉਸ ਨੂੰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਸੀ। ਇਸ ਦੇ ਲਈ ਜ਼ਿਆਦਾ ਪੋਸਟਮਾਰਟਮ ਦਾ ਜਿਹੜਾ ਉਹਦਾ ਟਾਈਮ ਹੈ ਉਹ ਲੰਬਾ ਚੱਲਿਆ। ਪਰ ਇਸ ਤੋਂ ਇਲਾਵਾ ਇਹ ਜਿਹੜਾ ਹੁਣ ਇਸ ਪੋਸਟਮਾਰਟਮ ਰਿਪੋਰਟ ਤੋਂ ਕਲੀਅਰ ਹੋ ਗਿਆ, ਮੈਨੂੰ ਲੱਗਦਾ ਕਿ ਇਸ ਸਕਰੀਨ ਤੇ ਜ਼ਿਆਦਾ ਬੈਟਰ ਦੇਖ ਸਕਦੇ ਕਿ ਜਿੱਥੇ ਇਹ ਸਰਕਲ ਗੋਲ ਸਰਕਲ ਕੀਤੇ ਗਏ ਇਹਨਾਂ ਉਹ ਸਾਰੇ ਨਿਸ਼ਾਨ ਨੇ ਜਿੱਥੇ ਉਹਦੇ ਗੋਲੀਆਂ ਲੱਗੀਆਂ ਸੀ। ਬਹੁਤ ਸਾਰੀਆਂ ਗੋਲੀਆਂ ਜਿਹੜੀਆਂ ਸਰੀਰ ਦੇ ਆਰ ਪਾਰ ਜਿਹੜੀਆਂ ਉਹ ਨਿਕਲ ਚੁੱਕੀਆਂ ਸੀ। ਦੂਸਰਾ ਇਹ ਕਿ ਉਹਦੀਆਂ ਮੈਡੀਕਲ ਰਿਪੋਰਟ ਦੇ ਵਿੱਚ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਕਿ ਉਸਦੇ ਸੱਜੇ ਪਾਸੇ ਦੀ ਜਿਹੜੀਆਂ ਪਸਲੀਆਂ ਉਹ ਟੁੱਟ ਗਈਆਂ ਸੀ ਗੋਲੀ ਲੱਗਣ ਦੇ ਨਾਲ, ਕਿਉਂਕਿ ਇੱਕ ਪਾਸੇ ਨੂੰ ਉਹਦੇ ਜ਼ਿਆਦਾ ਜ਼ਖਮ ਹੋਏ ਸੀਗੇ। ਬਿਲਕੁਲ ਨਿਸ਼ਾਨ ਆਪਾਂ ਪਹਿਲਾਂ ਦਿਖਾ ਦੇਣੇ ਕਿ ਜੋ ਨਿਸ਼ਾਨ ਨੇ ਜ਼ਖਮਾਂ ਦੇ ਨਿਸ਼ਾਨ ਨੇ, ਕੁੱਲ 7 ਗੋਲੀਆਂ ਲੱਗੀਆਂ ਸੀ, 6 ਆਰ ਪਰ ਹੋ ਗਈਆਂ, ਇੱਕ ਸਰੀਰ ਦੇ ਅੰਦਰ ਸੀਗੀ। ਇਹ ਜੋ ਰੈੱਡ ਸਰਕਲ ਕੀਤਾ ਹੋਇਆ ਇਹ ਗੋਲੀਆਂ ਨੇ, ਤੁਸੀਂ ਗਿਣਤੀ ਦੇਖ ਸਕਦੇ ਹੋ ਜੋ ਰਿਪੋਰਟ ਵਿੱਚ ਦੱਸੀ ਗਈ ਹੈ ਕਿ ਇਹ ਉਹ ਜ਼ਖਮ ਨੇ ਜੋ ਡੂੰਘੇ ਜ਼ਖਮ ਸੀਗੇ। ਇਹਨਾਂ ਦੇ ਚੱਲਦੇ ਹੀ ਅੰਦਰ ਜੋ ਤਮਾਮ ਆਪਾਂ ਕਹਿੰਦੇ ਆ ਕਿ ਬਲੀਡਿੰਗ ਹੋਈ, ਇਹਨਾਂ ਦੇ ਚੱਲਦੇ ਡੂੰਘੇ ਜ਼ਖਮ ਸੀਗੇ। ਇਹਨਾਂ ਦੀ ਤਾਪ ਨਾ ਚੱਲਦੇ ਹੋਈ ਸਿੱਧੂ ਮੂਸੇਵਾਲਾ ਨੇ 15 ਮਿੰਟ ਦੇ ਵਿੱਚ ਦਮ ਤੋੜ। ਜਿਹੜਾ ਤੁਸੀਂ ਡੂੰਘੇ ਜ਼ਖਮ ਦਾ ਜ਼ਿਕਰ ਕਰ ਰਹੇ ਹੋ ਆਹ ਦੇਖੋ, ਇਹ ਉਹ ਜ਼ਖਮ ਨੇ 5 ਸੈਂਟੀਮੀਟਰ, ਕੁਝ 3 ਸੈਂਟੀਮੀਟਰ, ਕੁਝ 3 ਸੈਂਟੀਮੀਟਰ ਔਰ ਕੁਝ ਗੋਲੀਆਂ ਜਿਹੜੀਆਂ ਨੇ ਉਹ 7 ਸੈਂਟੀਮੀਟਰ ਤੱਕ ਸਰੀਰ ਦੇ ਅੰਦਰ ਗਈਆਂ ਹੋਈਆਂ ਸੀ। ਇਹ ਉਹ ਨੇ ਜਿਹੜਾ ਕਿਹਾ ਗਿਆ ਕਿ ਬ੍ਰੈਸਟ ਮਾਰਿਆ ਗਿਆ N94 ਤੋਂ, ਉਹ ਵੱਡੀਆਂ ਗੋਲੀਆਂ ਸੀਗੀਆਂ, ਉਹ ਸਰੀਰ ਦੇ ਜ਼ਿਆਦਾ ਅੰਦਰ ਤੱਕ ਗਈਆਂ ਔਰ ਕੁਝ ਗੋਲੀਆਂ ਜਿਹੜੀਆਂ ਨੇ ਉਹ ਸਰੀਰ ਤੋਂ ਪਾਰ ਹੋਈਆਂ। ਸਭ ਤੋਂ ਵੱਧ ਮੈਨੂੰ ਲੱਗਦਾ ਇਸੇ ਚੀਜ਼ ਦਾ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਮੈਡੀਕਲੀ ਕੀ ਕਲੇਮ ਕੀਤਾ ਜਾਂਦਾ ਕਿ ਕਿੰਨੀਆਂ ਉਹਦੇ ਗੋਲੀਆਂ ਲੱਗੀਆਂ ਤੇ ਕਿਸ ਤਰ੍ਹਾਂ ਦੇ ਜ਼ਖਮ ਸੀਗੇ ਸਰੀਰ ਦੇ ਵਿੱਚ। ਅਸਲ ਰੀਜ਼ਨ ਹੁੰਦਾ ਜੋ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਉਂਦਾ, ਸਾਹਮਣੇ ਆਪਾਂ ਦੇਖਦੇ ਹਾਂ ਕਿ ਗੋਲੀ ਮਾਰੀ ਮੌਤ ਹੋ ਗਈ, ਲੇਕਿਨ ਉਸ ਵਕਤ ਚਾਹੇ ਕੋਈ ਐਕਸੀਡੈਂਟ ਹੈ, ਚਾਹੇ ਕੋਈ ਇਹੋ ਜਿਹੀ ਵਾਰਦਾਤ ਹੈ, ਮਰਡਰ ਹੈ, ਰੀਜ਼ਨ ਬੋਡੀ ਦੇ ਅੰਦਰ ਕੀ ਵਾਪਰਿਆ, ਕਿਸ ਤਰੀਕੇ ਦੇ ਨਾਲ ਮੌਤ ਹੋਈ, ਉਹਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੁੰਦਾ। ਤਾਂ ਅੱਜ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਦੀ ਜੋ ਫੁੱਲ ਰਿਪੋਰਟ ਹੈ, ਡਿਟੇਲਡ ਰਿਪੋਰਟ ਹਾਰਡ ਕਾਪੀ ਦੇ ਨਾਲ ਸਾਹਮਣੇ ਆ ਗਈ ਹੈ। ਸਕੈਚ ਦੇ ਜ਼ਰੀਏ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਕਿੰਨੇ ਡੂੰਘੇ ਜ਼ਖਮ ਸੀਗੇ, ਡਿਟੇਲ ਦੱਸੀ ਗਈ ਹੈ ਕਿ ਕਿਹੜਾ ਜ਼ਖਮ ਕਿੰਨਾ ਡੂੰਘਾ ਸੀ, ਜਿੱਥੇ ਗੋਲੀਆਂ
ਲੱਗੀਆਂ, ਉੱਥੇ ਕਿੰਨਾ ਡੂੰਘਾ ਜ਼ਖਮ ਹੋਇਆ, ਕਿਵੇਂ ਬਲੀਡਿੰਗ ਹੋਈ ਤੇ ਕਿੰਨੇ ਮਿੰਟਾਂ ਦੇ ਵਿੱਚ ਮੌਤ ਹੋ ਗਈ, ਇਹਦਾ ਖੁਲਾਸਾ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀਤਾ ਗਿਆ। ਪਮਲ, ਕੁਝ ਹੋਰ ਜਾਣਕਾਰੀ ਇਸ ਰਿਪੋਰਟ ਬਾਰੇ? ਬਿਲਕੁਲ, ਇਹ 'ਚ ਦੇਖੋ ਕਲੀਅਰਲੀ ਕੀਤਾ ਗਿਆ ਫਾਇਰ ਆਨ ਕਈ ਵਾਰੀ ਇਦਾਂ ਜਿਸ ਤਰ੍ਹਾਂ ਦਿਲ ਦੀ ਧੜਕਣ ਰੁਕ ਜਾਂਦੀ, ਸ਼ੌਕ ਹੈ, ਝਟਕਾ ਲੱਗਿਆ, ਇਸ 'ਚ ਜ਼ਿਕਰ ਕੀਤਾ ਗਿਆ ਉਸ ਚੀਜ਼ ਦੇ ਨਾਲ। ਪਰ ਉਹਨਾਂ ਨੇ ਇਹੀ ਦੱਸਿਆ ਕਿ ਜਿਹੜਾ ਖੂਨ ਨਿਕਲਿਆ ਸਰੀਰ 'ਚੋਂ ਬਹੁਤ ਜ਼ਿਆਦਾ ਤੇ ਉਹ ਜਿਹੜਾ ਹਾਰਟ ਨੂੰ ਝਟਕਾ ਲੱਗਾ ਉਹਦੇ ਨਾਲ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਜ਼ਿਕਰ ਕਰ ਰਹੇ ਹਾਂ, ਉਹਦੇ ਨਾਲ ਉਹਦੀ ਜਿਹੜੀ ਹੈ ਡੈਥ ਹੋਈ ਹੈ, ਇਹ ਉਹਦੀ ਪੋਸਟਮਾਰਟਮ ਦੀ ਰਿਪੋਰਟ ਕਹਿ ਰਹੀ ਹੈ। ਬਿਲਕੁਲ ਸੋ ਡਿਟੇਲਡ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਜੋ ਰਿਪੋਰਟ ਸਾਹਮਣੇ ਆਈ ਹੈ ਇਹ ਸਕੈਚ ਦੇ ਜ਼ਰੀਏ ਦਰਸਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਮੇਨ ਸਕਰੀਨ ਤੇ ਵੀ ਸਕੈਚ ਦਿਖਾ ਰਹੇ ਹਾਂ। ਇਹ ਸਿੱਧੂ ਮੂਸੇਵਾਲਾ ਦੀ ਇੱਕ ਸਿੱਧੇ ਪਾਸੇ ਲਟਾ ਕੇ ਜੋ ਸਕੈਚ ਆਉਂਦਾ ਹੈ, ਦੂਜੇ ਪਾਸੇ ਉਲਟੀ ਸਾਈਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਜੋ ਰੈੱਡ ਸਰਕਲ ਕੀਤੇ ਹੋਏ ਨੇ ਇਹ ਜ਼ਖਮਾਂ ਦੇ ਨਿਸ਼ਾਨ ਨੇ। ਦੂਜੇ ਪਾਸੇ ਜਦੋਂ ਉਲਟਾ ਕੀਤਾ ਤਾਂ ਬਾਂਹ ਦੇ ਕੋਲ ਜਦੋਂ ਪਹਿਲੀ ਤਸਵੀਰ ਸਾਹਮਣੇ ਆਈ, ਜਦੋਂ ਹਮਲਾ ਹੋਇਆ ਤਾਂ ਦਿਖਾਈ ਦੇ ਰਿਹਾ ਸੀ, ਜਦੋਂ ਸਟ੍ਰੈਚਰ ਦੇ ਉੱਪਰ ਲਟਾਇਆ ਗਿਆ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਦੇ ਵਿੱਚ, ਉਹ ਪਹਿਲੀ ਤਸਵੀਰ ਸੀ ਜਦੋਂ ਹਮਲੇ ਦੇ ਬਾਅਦ ਸਾਹਮਣੇ ਉਸ 'ਚ ਦਿਖਾਈ ਦੇ ਰਿਹਾ ਸੀ ਕਿ ਬਾਂਹ ਦੇ ਕੋਲ ਕਾਫੀ ਡੂੰਘਾ ਜ਼ਖਮ ਹੈ, ਖੂਨ ਬਹਿ ਰਿਹਾ ਸੀ ਉਹਦੇ ਵਿੱਚੋਂ। ਤੇ ਉਹੀ ਜ਼ਖਮ ਸ਼ਾਇਦ ਇਹ ਸੀਗਾ ਜਿੱਥੇ ਦੋ ਇਕੱਠੇ ਜ਼ਖਮ ਦਿਖਾਏ ਗਏ ਨੇ ਕੂਹਣੀ ਦੇ ਕੋਲ, ਕੂਹਣੀ ਦੇ ਉੱਪਰਲੇ ਪਾਸੇ ਥੋੜਾ ਜਿਹਾ ਇਹ ਜ਼ਖਮ ਸੀਗੇ, ਪਿਛਲੇ ਪਾਸੇ ਨੂੰ ਬੈਕ ਸਾਈਡ ਦੇ ਉੱਪਰ ਦਿਖਾਈ ਗਈ ਹੈ। ਇਹ ਸਕੈਚ ਦੇ ਜ਼ਰੀਏ ਦਰਸਾਇਆ ਗਿਆ ਹੈ, ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿੱਥੇ ਕਿੱਥੇ ਜ਼ਖਮ ਸੀਗੇ। ਇਹ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਹੈ। 5 ਡਾਕਟਰਾਂ ਦਾ ਪੈਨਲ ਸੀ। ਪਹਿਲਾਂ ਪਰਿਵਾਰ ਪੋਸਟਮਾਰਟਮ ਕਰਵਾਉਣ ਦੇ ਵਾਸਤੇ ਰਾਜ਼ੀ ਨਹੀਂ ਸੀ ਹੋਇਆ, ਫਿਰ ਪ੍ਰਸ਼ਾਸਨ ਕਿਸ ਤਰੀਕੇ ਨਾਲ ਮਨਾਇਆ ਤੇ ਇਹ ਪੋਸਟਮਾਰਟਮ ਕੀਤਾ ਗਿਆ ਤੇ ਉਹਦੇ ਵਿੱਚ ਹੁਣੇ ਜੋ ਅਹਿਮ ਖੁਲਾਸੇ ਹੋਏ ਨੇ, ਕਿੰਨੀਆਂ ਗੋਲੀਆਂ ਲੱਗੀਆਂ, ਕਿੰਨੇ ਜ਼ਖਮ ਸੀਗੇ, ਕਿੰਨੇ ਡੂੰਘੇ ਜ਼ਖਮ ਸੀਗੇ ਜੋ ਫਾਇਰਿੰਗ ਦੇ ਬਾਅਦ ਸਿੱਧੂ ਮੂਸੇਵਾਲਾ ਦੇ ਹੋਏ ਤੇ ਇਹਨਾਂ ਜ਼ਖਮਾਂ ਦੀ ਤਾਪ ਨਾਲ ਚੱਲਦੇ ਹੋਏ ਜਦੋਂ ਇਹ ਜ਼ਖਮ ਇੰਨੇ ਡੂੰਘੇ ਹੋਏ, ਸਰੀਰ ਦੇ ਅੰਦਰ ਜੋ ਇੰਟਰਨਲ ਬਲੀਡਿੰਗ ਹੈ, ਖੂਨ ਬੇਹੱਦ ਜ਼ਿਆਦਾ ਵਹਿ ਗਿਆ, ਜਿਹਦੇ ਚੱਲਦੇ 15 ਮਿੰਟ ਦੇ ਦਰਮਿਆਨ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਤੁਹਾਨੂੰ ਮੇਨ ਸਕਰੀਨ ਦੇ ਉੱਪਰ ਪੂਰਾ ਸਕੈਚ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਜ਼ਖਮ ਨੇ ਉਹਨਾਂ ਨੂੰ ਦਿਖਾਇਆ ਗਿਆ, ਗਿਣਤੀ ਦੇ ਨਾਲ ਦਿਖਾਇਆ ਗਿਆ। ਪਮਿਲ, ਕੁਝ ਹੋਰ ਇਹਦੇ ਵਿੱਚੋਂ ਡਿਟੇਲ ਦੱਸਣਗੇ ਸਾਨੂੰ? ਦੇਖੋ, ਇਸ ਦੇ ਵਿੱਚ ਮੇਨ ਡਿਟੇਲ ਜਿਹੜੀ ਹੈ ਉਹ ਹਰਮਨ ਇਹੀ ਦਿੱਤੀ ਗਈ ਹੈ ਕਿ ਉਹਦੇ ਇੰਜਰੀਜ਼ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਬਲੱਡ ਲਾਸ ਹੋਇਆ, ਕਿਉਂਕਿ ਜਿਸ ਜਗ੍ਹਾ ਤੇ ਇਹ ਹਮਲਾ ਹੋਇਆ ਉਸ ਤੋਂ ਬਾਅਦ ਅਸੀਂ ਉਹ ਮੌਕੇ ਤੇ ਵੀ ਜਾ ਕੇ ਦੇਖਿਆ, ਉਸ ਜਗ੍ਹਾ ਤੋਂ ਹਸਪੀਟਲ ਤੱਕ ਦੀ ਦੂਰੀ ਹੀ ਜਿਹੜੀ ਹੈਗੀ ਹੈ ਉਹ 15 ਮਿੰਟ ਦੇ ਵਿੱਚ ਮੈਨੂੰ ਲੱਗਦਾ ਕਵਰ ਨਹੀਂ ਹੋ ਸਕਦੀ, ਜ਼ਿਆਦਾ ਦੂਰੀ ਹੈਗੀ ਹੈ। ਪਰ ਇੰਨੀਆਂ ਜਦੋਂ ਫਾਇਰ ਹੁੰਦੇ ਨੇ, ਜਿਹੜਾ ਇੱਕ ਜਿਹਦੇ ਹੋਰ ਦੂਸਰੇ ਜਿਹੜਾ ਸ਼ਖਸ ਨਾਲ ਜ਼ਖਮੀ ਹੋਇਆ, ਉਹਨੇ ਜਿਹੜੇ MLAs ਦੇ ਨਾਲ ਗੱਲਬਾਤ ਕੀਤੀ, ਉਸ ਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਇੱਕ ਇਨਸੀਡੈਂਟ ਦੇ ਵਿੱਚ ਕਿ ਜਦੋਂ ਪਹਿਲਾਂ N94 ਨਾਲ ਇੱਕ ਬਰਸਟ ਮਾਰਿਆ ਗਿਆ, ਉਸ ਤੋਂ ਬਾਅਦ ਜਿਹੜਾ ਹਮਲਾਵਰ ਸੀਗਾ ਉਹ ਉੱਤਰ ਕੇ ਚਲਾ ਗਿਆ ਔਰ ਉਸਨੇ ਦੁਬਾਰਾ ਇਹ ਆਇਡੈਂਟੀਫਾਈ, ਇਹ ਰੀਚੈਕ ਕਰਨ ਦੇ ਲਈ ਕਿਤੇ ਸਿੱਧੂ ਮੂਸੇਵਾਲਾ ਜਿੰਦਾ ਤੇ ਨਹੀਂ ਰਹਿ ਗਿਆ, ਥੋੜੇ ਬਹੁਤੇ ਸਾਹ ਬਚੇ, ਉਹਨੂੰ ਦੁਬਾਰਾ ਆ ਕੇ ਦੁਬਾਰਾ ਫਾਇਰ ਕੀਤਾ। ਤੇ ਹੁਣ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਦੱਸਦੀ ਹੈ ਜਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬਚਣ ਦੇ ਚਾਂਸ ਮੈਨੂੰ ਤੇ ਨਹੀਂ ਲੱਗਦਾ ਸ਼ਾਇਦ ਕਿਸੇ ਦੇ ਵੀ ਹੋਣਗੇ। 2 ਗਨ ਸ਼ਾਟ ਫਾਇਰ ਸਿੱਧੂ ਮੂਸੇਵਾਲੇ ਦੀ ਵੀ ਜੋ ਪਿਸਟਲ ਦੇ ਵਿੱਚ ਹੋਏ ਸੀਗੇ, ਇਸ ਤੇ ਵੀ 2 ਅਲੱਗ-ਅਲੱਗ ਥਿਊਰੀਜ਼ ਚੱਲਦੀ ਰਹੀਆਂ। ਜਿਸ ਸਮੇਂ ਅਸੀਂ ਉੱਥੇ ਜਾ ਰਹੇ ਸੀਗੇ ਸਾਨੂੰ 2-3 ਅਲੱਗ-ਅਲੱਗ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ, ਕਿਸੇ ਨੇ ਕਿਹਾ ਕਿ 6 ਗਨ ਸ਼ਾਟ ਫਾਇਰ ਹੋਏ ਆ ਉਹਦੀ ਪਿਸਟਲ ਚੋਂ, ਕਿਸੇ ਨੇ ਕਿਹਾ 1 ਹੋਇਆ, ਪਰ ਬਾਅਦ ਦੇ ਵਿੱਚ ਇਹ ਕਲੀਅਰ ਹੋਈ ਉਹਦੇ ਸਾਥੀ ਦੇ ਨਾਲ ਕਿ 2 ਗਨ ਸ਼ਾਟ ਫਾਇਰ ਹੋਇਆ। ਤੇ ਉਹਦੇ ਵਿੱਚ ਸ਼ਾਇਦ ਇੱਕ ਹਵਾਈ ਫਾਇਰ ਕੀਤਾ ਸੀ ਚੇਤਾਵਨੀ ਦੇਣ ਦੀ ਡਰੋਨ ਦੇ ਵਾਸਤੇ। ਹਾਂ, ਡਰੋਨ ਦੇ ਵਾਸਤੇ। ਫਿਰ ਵੀ ਜੋ ਹਮਲਾਵਰ ਸੀ ਇੰਨੇ ਜ਼ਿਆਦਾ ਪਲੈਨਿੰਗ ਦੇ ਨਾਲ ਆਏ ਸੀਗੇ ਕਿ ਉਹ ਪਿੱਛੇ ਨਹੀਂ ਹਟੇ, ਡਰੇ ਨਹੀਂ। ਪਹਿਲਾਂ ਗੱਡੀ ਦੇ ਟਾਇਰਾਂ 'ਚ ਗੋਲੀ ਮਾਰੀ, ਗੱਡੀ ਰੋਕੀ, ਥਾਰ ਗੱਡੀ ਰੋਕ ਦਿੱਤੀ, ਫਿਰ ਘੇਰਿਆ ਗਿਆ। ਫਿਰ ਜੋ ਚਸ਼ਮਦੀਦ ਨੇ, ਜੋ ਸਿੱਧੂ ਦੇ ਨਾਲ ਸਾਥੀ ਮੌਜੂਦ ਸੀ, ਜੋ ਉਹਨਾਂ ਨੇ ਇੱਕ ਆਪ MLA ਨੂੰ ਬਿਆਨ ਦਿੱਤੇ ਨੇ ਕਿ ਡਰਾਈਵਰ ਸੀਟ ਦੇ ਉੱਪਰ ਨਿਸ਼ਾਨਾ ਬਣਾਇਆ ਗਿਆ, ਉਸੇ ਨੂੰ ਨਿਸ਼ਾਨਾ ਬਣਾ ਕੇ ਇੱਕ ਦੇ ਬਾਅਦ ਇੱਕ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਕਿ ਥਾਰ ਦੇ ਅੰਦਰ ਧੂਆਂ ਹੋ ਗਿਆ। ਪਤਾ ਨਹੀਂ ਲੱਗਿਆ, ਸਮਝ ਨਹੀਂ ਆਇਆ ਕਿ ਆਖਰਕਾਰ ਹੋ ਕੀ ਰਿਹਾ, ਕਿਵੇਂ ਮੌਕੇ ਨੂੰ ਸੰਭਾਲਿਆ ਜਾਵੇ। ਪਹਿਲਾਂ ਜਦੋਂ ਤੱਕ ਇਹ ਅਹਿਸਾਸ ਹੋਇਆ ਕਿ ਖਤਰਾ ਹੈ, ਪਿੱਛੇ 2 ਗੱਡੀਆਂ ਆ ਰਹੀਆਂ ਨੇ, ਸਿੱਧੂ ਮੂਸੇਵਾਲਾ ਦੇ ਜੋ ਸਾਥੀ ਨੂੰ ਕਹਿੰਦੇ ਨੇ ਕਿ ਗਲਤ ਅਨਸਰ ਲੱਗਦੇ ਨੇ, ਕੁਝ ਕਰਨਗੇ, ਅੱਜ ਖਤਰਾ ਲੱਗ ਰਿਹਾ। ਪਰ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਘਬਰਾਓ ਨਾ, ਕੁਝ ਨਹੀਂ ਹੁੰਦਾ, ਹੌਸਲਾ ਰੱਖੋ, ਸਾਡੇ ਕੋਲ ਅਸਲਾ ਹੈਗਾ। ਪਰ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਕਿੰਨੀਆਂ ਗੋਲੀਆਂ ਉਹਨਾਂ ਦੇ ਰਿਵਾਲਵਰ ਦੇ ਵਿੱਚ ਨੇ। ਜਦੋਂ ਪਿਸਟਲ ਚਲਾਇਆ, ਇੱਕ ਹਵਾਈ ਫਾਇਰ ਕੀਤਾ, ਜੋ ਉਹ ਹਮਲਾਵਰ ਸੀਗੇ ਉਹ ਭੱਜੇ ਨਹੀਂ, 2 ਗੱਡੀਆਂ ਨੇ ਆ ਕੇ ਘੇਰਾ ਪਾ ਲਿਆ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਕਾਫੀ ਜੋ ਮਾਡਰਨ ਹਥਿਆਰ ਨੇ, ਕਿਹਾ ਜਾਂਦਾ ਕਿ ਉਹਨਾਂ ਦੇ ਕੋਲ ਸੀਗੇ 3 ਤਰ੍ਹਾਂ ਦੇ ਹਥਿਆਰਾਂ ਦਾ ਜ਼ਿਕਰ ਕੀਤਾ ਜਾ ਰਿਹਾ। ਉਹਨਾਂ ਦੇ ਵਿੱਚੋਂ ਇੱਕ ਜੋ ਅਸੌਲਟ ਰਾਈਫਲ ਹੁੰਦੀ ਹੈ ਉਹ ਦੱਸੀ ਜਾ ਰਹੀ ਹੈ। ਹਾਲ ਤੱਕ ਪੁਲਿਸ ਨੇ ਪੂਰੇ ਤਰੀਕੇ ਨਾਲ ਕਲੀਅਰ ਤਾਂ ਨਹੀਂ ਕੀਤਾ, ਲੇਕਿਨ ਅਸ਼ੰਕਾ ਜਤਾਈ ਜਾ ਰਹੀ ਹੈ। ਰਾਜਾ ਵੜਿੰਗ ਦਾ ਜੋ ਬਿਆਨ ਆਇਆ ਸੀ, ਉਹਨਾਂ ਨੇ ਉਹਦੀ ਖਦਸ਼ਾ ਜਤਾਇਆ ਸੀ ਕਿ ਅਸੌਲਟ ਰਾਈਫਲ ਸੀਗੀ ਉਹਨਾਂ ਦੇ ਕੋਲ, ਜੋ ਰਸ਼ੀਅਨ ਮੇਡ ਸੀਗੀ, ਉਹਦੇ ਨਾਲ ਫਾਇਰਿੰਗ ਕੀਤੀ ਗਈ। ਤੇ ਅਹਿਮ ਖੁਲਾਸਾ ਇੱਕ ਹੋਰ ਜੋ ਅੱਜ ਹੋਇਆ ਸਿੱਧੂ ਮੂਸੇਵਾਲਾ ਦੇ ਸਾਥੀ ਦੇ ਵੱਲੋਂ ਕੀਤਾ ਗਿਆ, ਜੋ ਆਪ MLA ਦੇ ਜ਼ਰੀਏ ਬਿਆਨ ਸਾਹਮਣੇ ਆਇਆ ਹੈ ਕਿ ਪਹਿਲਾਂ ਇੱਕ ਵਾਰ
ਜਦੋਂ ਫਾਇਰਿੰਗ ਕੀਤੀ ਗਈ ਉਹਦੇ ਬਾਅਦ ਦੁਬਾਰਾ ਹਮਲਾਵਰ ਕੁਝ ਹੀ ਮਿੰਟਾਂ ਦੇ ਅੰਦਰ ਦੁਬਾਰਾ ਉਹਨਾਂ ਨੇ ਚੈੱਕ ਕੀਤਾ, ਫਿਰ ਫਾਇਰ ਕੀਤੇ ਕਿ ਕਿਤੇ ਜਾਨ ਬਚ ਤਾਂ ਨਹੀਂ ਗਈ। ਇਹ ਇਨਸ਼ੋਰ ਕਰਨਾ ਚਾਹੁੰਦੇ ਸੀ ਕਿ ਸਿੱਧੂ ਮੂਸੇਵਾਲਾ ਦੀ ਜਾਨ ਕਿਸੇ ਕੀਮਤ ਦੇ ਉੱਪਰ ਨਾ ਬਚ ਜਾਵੇ, ਕਿਸੇ ਕੀਮਤ ਦੇ ਉੱਪਰ ਉਹ ਜ਼ਿੰਦਾ ਨਾ ਰਹਿ ਜਾਵੇ। ਸਿੱਧੇ ਤੌਰ ਦੇ ਉੱਪਰ ਟਾਰਗੇਟ ਪੂਰੀ ਪਲੈਨਿੰਗ ਦੇ ਨਾਲ ਰੇਕੀ ਕਰਕੇ ਟਾਰਗੇਟ ਕੀਤਾ ਗਿਆ ਔਰ ਮੌਤ ਦੇ ਘਾਟ ਕੁਝ ਹੀ ਮਿੰਟਾਂ ਦੇ ਵਿੱਚ ਉਤਾਰ ਦਿੱਤਾ ਗਿਆ। ਅੱਜ ਜੋ ਪੋਸਟਮਾਰਟਮ ਰਿਪੋਰਟ ਸਾਹਮਣੇ ਚ ਸਾਫ਼ ਹੋ ਗਿਆ ਕਿ 15 ਮਿੰਟਾਂ ਦੇ ਦਰਮਿਆਨ ਦਮ ਤੋੜ ਦਿੱਤਾ ਸੀ ਸਿੱਧੂ ਮੂਸੇਵਾਲਾ ਨੇ। ਸੁਪਰਸਟਾਰ ਨੇ ਜਿਹਦੇ ਕੋਲ ਅਸਲਾ ਵੀ ਸੀਗਾ, ਬੁਲੇਟ ਪ੍ਰੂਫ ਗੱਡੀ ਵੀ ਸੀਗੀ, ਸਿਕਿਉਰਿਟੀ ਵੀ ਹੁੰਦੀ ਸੀਗੀ, ਲੇਕਿਨ ਉਸ ਦਿਨ ਨਾ ਸਿਕਿਉਰਿਟੀ ਨਾਲ ਸੀਗੀ, ਨਾ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਆਏ ਸੀ ਅਤੇ ਨਾ ਹੀ ਇੰਨਾ ਅਸਲਾ ਸੀਗਾ ਕਿ ਉਹਨਾਂ ਹਮਲਾਵਰਾਂ ਦਾ ਮੁਕਾਬਲਾ ਕੀਤਾ ਜਾ ਸਕੇ, ਜਿਸ ਦੇ ਚੱਲਦੇ ਉਹਨਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਤੇ ਜੋ ਤੁਹਾਨੂੰ ਸਕੈਚ ਦਿਖਾ ਰਹੇ ਹਾਂ ਇੰਨੀ ਜਗ੍ਹਾ ਦੇ ਉੱਪਰ ਜ਼ਖਮ ਹੋਏ। ਗੋਲੀਆਂ ਕੁਝ ਛੂ ਕੇ ਨਿਕਲ ਗਈਆਂ, ਕੁਝ ਆਰ ਪਾਰ ਹੋਈਆਂ ਤੇ ਇੱਕ ਗੋਲੀ ਅੰਦਰ ਫਸੀ ਰਹਿ ਗਈ। ਸ਼ਾਇਦ ਮੈਂਸ਼ਨ ਕੀਤਾ ਪਮਲੀ ਦੇ ਵਿੱਚ ਕਿ ਉਹ ਗੋਲੀ ਬਾਅਦ ਦੇ ਵਿੱਚ ਜਦੋਂ ਐਕਸ-ਰੇ ਕੀਤਾ ਗਿਆ ਬੋਡੀ ਦਾ, ਡੈਡ ਬੋਡੀ ਦਾ ਪੂਰਾ ਐਕਸ-ਰੇ ਕੀਤਾ ਗਿਆ ਤਾਂ ਉਹਦੇ ਵਿੱਚ ਸਾਹਮਣੇ ਆਇਆ ਕਿ ਅੰਦਰ ਗੋਲੀ ਇੱਕ ਫਸੀ ਹੋਈ ਹੈ। ਫਿਰ ਜਦੋਂ ਪੋਸਟਮਾਰਟਮ ਕੀਤਾ ਗਿਆ ਤਾਂ ਉਦੋਂ ਗੋਲੀ ਕੱਢੀ ਗਈ। ਪੋਸਟਮਾਰਟਮ ਦੇ ਦੌਰਾਨ ਵੀ ਉਸੇ ਗੋਲੀ ਨੂੰ, ਉਹ ਬੇਸਿਕਲੀ ਇੱਕ ਗੋਲੀ ਸੀਗੀ ਜਿਹੜੀ ਉਹਦੇ ਹਾਰਟ ਦੇ ਨਜ਼ਦੀਕ ਬਹੁਤ ਗਹਿਰੀ ਗਈ ਹੋਈ ਸੀ, ਉਹ ਗੋਲੀ ਫਸੀ ਹੋਈ ਸੀ ਜਿਸ ਸਮੇਂ ਉਸ ਐਮਰਜੈਂਸੀ ਦੇ ਵਿੱਚ ਪੋਸਟਮਾਰਟਮ ਹੋਇਆ। ਪੋਸਟਮਾਰਟਮ ਤੋਂ ਬਾਅਦ ਜਿਹੜਾ ਡਿਲੇ ਹੋਇਆ, ਜਿਹੜਾ ਪੋਸਟਮਾਰਟਮ ਲੰਬਾ ਚੱਲਿਆ, ਉਸੇ ਲੰਬਾ ਚੱਲਣ ਦਾ ਕਾਰਨ ਪੋਸਟਮਾਰਟਮ ਦਾ ਇਹ ਸੀ ਕਿ ਜਿਹੜੀ ਜਾਣਕਾਰੀ ਸਾਨੂੰ ਉੱਥੋਂ ਮਿਲੀ ਸੀ ਕਿ ਇੱਕ ਗੋਲੀ ਉਹਦੇ ਹਾਰਟ ਦੇ ਬਹੁਤ ਅੰਦਰ ਤੱਕ ਚਲੀ ਗਈ ਹੈ, ਉਹ ਮਿਲ ਨਹੀਂ ਰਹੀ ਉਹਨਾਂ ਨੂੰ, ਉਹ ਗੋਲੀ ਕੱਢਣ ਦੇ ਵਿੱਚ ਉਹਨਾਂ ਨੂੰ ਸਮੱਸਿਆ ਆ ਰਹੀ ਹੈ। ਇਸ ਦੇ ਲਈ ਉਹ ਪੋਸਟਮਾਰਟਮ ਬਹੁਤ ਲੰਬਾ ਚੱਲਿਆ। ਉਦੋਂ ਇੰਨਾ ਸਮਾਂ ਲੱਗ ਗਿਆ ਕਿ ਉਸ ਦਿਨ ਉਹ ਡੈੱਡ ਬੋਡੀ ਅਗਲੇ ਦਿਨ ਵੀ ਮੋਰਚਰੀ ਦੇ ਵਿੱਚ ਹੀ ਉਹਨਾਂ ਨੂੰ ਰੱਖਣੀ ਪਈ। ਉਹ ਵੱਖਰੇ ਕਾਰਨ ਸੀਗੇ, ਉਦੋਂ ਹੋਰ ਵੀ ਕਾਰਨ ਸੀ ਕਿ ਲੋਕ ਬਹੁਤ ਜਮ੍ਹਾਂ ਹੋਣੇ ਜਿਹੜੇ ਸ਼ੁਰੂ ਹੋ ਗਏ ਸੀ, ਪਰ ਉਹ ਇੱਕ ਜਿਹੜਾ ਸਭ ਤੋਂ ਅਲੱਗ ਚੀਜ਼ ਸੀਗੀ, ਜਿਹੜੀ ਸਭ ਤੋਂ ਟਾਈਮ ਟੇਕਿੰਗ ਜਿਹੜਾ ਉਸ ਦੇ ਵਿੱਚ ਹੈਗਾ ਸੀ, ਉਹ ਇਹ ਸੀ ਵੀ ਇੱਕ ਗੋਲੀ ਉਹਦੇ ਹਾਰਟ ਦੇ ਬਹੁਤ ਅੰਦਰ ਤੱਕ ਡੀਪ ਜਾ ਚੁੱਕੀ ਸੀ, ਉਸ ਨੂੰ ਕੱਢਣ 'ਚ ਸਭ ਤੋਂ ਵੱਧ ਟਾਈਮ ਲੱਗਾ ਸੀ। ਬਿਲਕੁਲ, ਇਸੇ ਲਈ ਉਸ ਦਿਨ ਦੇਰ ਸ਼ਾਮ ਤੱਕ ਜੋ ਹੈ ਪੋਸਟਮਾਰਟਮ ਜੋ ਪ੍ਰੋਸੈਸ ਚੱਲਦਾ ਰਿਹਾ, ਇਸੇ ਲਈ ਅਗਲੇ ਦਿਨ ਅੰਤਿਮ ਸੰਸਕਾਰ ਰੱਖਿਆ ਗਿਆ। ਨਹੀਂ ਤਾਂ ਮੰਨਿਆ ਜਾ ਰਿਹਾ ਸੀ ਕਿ ਸੇਮ ਡੇ ਯਾਨੀ ਮੌਤ ਤੋਂ ਨੈਕਸਟ ਡੇ ਪੋਸਟਮਾਰਟਮ ਹੋ ਕੇ ਸੰਸਕਾਰ ਹੋ ਜਾਏਗਾ। ਹੁਣ ਰਿਪੋਰਟ ਸਾਹਮਣੇ ਆਈ ਹੈ, ਕਈ ਅਹਿਮ ਖੁਲਾਸੇ ਹੋਏ ਨੇ। ਇੰਟਰਨਲ ਬਲੀਡਿੰਗ ਹੋਈ ਸੀ ਜ਼ਿਆਦਾ, 19 ਜ਼ਖਮ ਹੋਏ ਸੀ, 7 ਗੋਲੀਆਂ ਵੱਜੀਆਂ ਸੀ, ਇੱਕ ਸਰੀਰ ਦੇ ਅੰਦਰ ਰਹਿ ਗਈ, 6 ਆਰ ਪਾਰ ਹੋਈਆਂ ਤੇ 15 ਮਿੰਟ ਦੇ ਦਰਮਿਆਨ ਮੌਤ ਹੋ ਚੁੱਕੀ ਸੀ ਸਿੱਧੂ ਮੂਸੇਵਾਲਾ ਦੀ। ਹਾਲੇ ਤੱਕ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ, ਕੁਝ ਲੋਕ ਅਰੈਸਟ ਕੀਤੇ ਗਏ ਨੇ। ਇੱਕ ਦੇ ਬਾਅਦ ਇੱਕ ਅੱਗੇ ਜਾਂਚ ਵੱਧਦੀ ਪਈ ਹੈ, ਲੇਕਿਨ ਗੋਲੀਆਂ ਚਲਾਉਣ ਵਾਲੇ ਤੱਕ ਹਾਲੇ ਤੱਕ ਪੁਲਿਸ ਨਹੀਂ ਪਹੁੰਚੀ ਹੈ। ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀ ਲਈ ਗਈ। ਦਿੱਲੀ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੰਨਿਆ ਲਾਰੈਂਸ ਬਿਸ਼ਨੋਈ ਨੇ ਕਿ ਹਾਂ ਉਹਦੀ ਇਨਵੋਲਵਮੈਂਟ ਸੀ, ਹਾਂ ਉਹਨੇ ਤੇ ਗੋਲਡੀ ਬਰਾੜ ਨੇ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰ ਦੀ ਹਾਲਤ ਬੇਹੱਦ ਜ਼ਿਆਦਾ ਖਰਾਬ ਹੈ ਤੇ ਹੁਣ ਇੰਤਜ਼ਾਰ ਹੈ ਕਿ ਜਾਂਚ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਉਂਦਾ, ਕਦੋਂ ਤੱਕ ਅਸਲ ਹਮਲਾਵਰਾਂ ਤੱਕ ਪੁਲਿਸ ਪਹੁੰਚ ਪਾਉਂਦੀ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਜਿਹਦੇ ਚੱਲਦੇ 15 ਮਿੰਟ ਦੇ ਦਰਮਿਆਨ ਸਿੱਧੂ ਮੂਸੇਵਾਲਾ ਨੇ ਦਮ ਤੋੜ ਦਿੱਤਾ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।